बिस्मिल्लाहिर्रहमानिर्रहीम अस्सलामुअलैकुम। फार्मिंग टिप्स में शाहिद अली अवान की जानिब से खुश आमदीद। मोअज़्ज़ज़ नाज़रीन, आज आपकी मुलाकात 40 भैंसों के मालिक किसान से करवाई जाएगी। वीडियो देखने के बाद एक सवाल का जवाब ज़रूर दीजिएगा कि बफलो फार्मिंग या डेयरी फार्मिंग में कामयाबी का इन्हिसार सिर्फ किस्मत पर है या इसमें अकल और अमल भी शामिल है किस्मत के साथ साथ। तो चलें शुरू करते हैं। अस्सलाम वालेकुम। वालेकुम सलाम। भाईजान की नाम है ਤੁਹਾਡਾ? मेरा नाम परवेज है। परवेज साहब की हालत भैया ठीक है? शुक्र है अल्लाह दा। अच्छा, ਇਹ ਜਗ੍ਹਾ ਕਿਹੜੀ ਜੇ? ਇਹ ਜਗ੍ਹਾ ਪਿੰਡ ਬੁੱਟਰ। ਪਿੰਡ ਬੁੱਟਰ ਸਿਆਲਕੋਟ ਦੇ ਕਰੀਬ ਹੀ ਹੈ। ਹਾਂਜੀ। ਅੱਛਾ, ਕਿੰਨੀ ਦੇਰ ਤੋਂ ਤੁਸੀਂ ਮਾਸ਼ਾਅੱਲਾ ਜਾਨਵਰਾਂ ਦਾ ਕੰਮ ਕਰ ਰਹੇ ਹੋ? ਅਸੀਂ ਜਿਉਂ ਸਾਡੇ ਪਿਓ ਦਾਦੀਆਂ ਅਸੀਂ ਕੰਮ ਕਰਨੇ ਆ, ਅੱਜ ਕੋਈ ਨਵਾਂ ਕੰਮ ਨਹੀਂ ਕਰਨ ਲੱਗੇ। ਜ਼ਿੰਦਾਬਾਦ। ਅਸੀਂ ਪਿਓ ਦਾਦੀਆਂ ਕੰਮ ਕਰਨੇ ਆ, ਅਸੀਂ ਇਹਨਾਂ ਦੀ ਸੇਵਾ ਕਰਨੇ ਆ, ਪੱਠੇ ਪਾਣੇ ਇਹਨਾਂ ਨੂੰ ਚੰਗੇ। ਠੀਕ ਹੈ। ਤੇ ਇਹਨਾਂ ਦੀ ਸਾਂਭ ਸੂਹ ਵੰਡਾ ਛੰਡਾ ਜਿਹੜਾ ਚੰਗਾ ਪਾਣੇ ਆ, ਇਹਨਾਂ ਦੀ ਸੇਵਾ ਆਪਣੇ ਬੱਚਿਆਂ ਦੀ ਇਹ ਨਹੀਂ ਕਰਨੀ ਅਸੀਂ ਮਾਲ ਦੀ, ਕਿਉਂ ਇਹਨਾਂ ਦੀ ਅਸੀਂ ਕਮਾਈ ਖਾਂਦੇ ਅਸੀਂ ਇਹਨਾਂ ਦੀ। ਜ਼ਿੰਦਾਬਾਦ। ਜਿਹੜਾ ਬੰਦਾ ਰੋਜ਼ੀ ਦੇ ਨਾ ਉਹਦੀ ਬੰਦੇ ਬਹੁਤੀ ਕਦਰ ਕਰਦੇ ਨੇ। ਤੇ ਇਹ ਵੇ ਕਿ ਅਸੀਂ ਕਦੀ ਗੰਦੇ ਪੱਠੇ ਨਹੀਂ ਮਈਆਂ ਨੂੰ ਪਾਏ, ਜਾਂ ਤੂੜੀ ਤੇ ਸਟਾਲਾਂ ਜਾਂ ਕਮਾਦ ਤੇ ਕਣਕ ਮਈਆਂ ਨੂੰ ਪਾਉਂਦੇ ਆ। ਠੀਕ ਹੈ। ਤੇ ਉਹ ਫਿਰ ਮਾਸ਼ਾਅੱਲਾ ਮਈਆਂ ਠੀਕ ਰਹਿੰਦੀਆਂ ਨੇ। ਠੀਕ ਹੈ। ਤੇ ਜੇ ਕੋਈ ਬਿਮਾਰ ਸ਼ਮਾਰ ਹੋਈਏ ਤੇ ਇਹਨਾਂ ਨੂੰ ਲਾਚੀ ਹਲਕੀਆਂ ਜਾਂ ਉਹ ਸਾਡਾ ਡਾਕਟਰ ਫਰੀਦ ਹੈ, ਸਲਾਮ ਅਲੈਕੁਮ, ਸਾਡੀ ਉਹਦੀ ਅੱਛਾ ਭਰਾ ਬਣਿਆ ਹੈ। ਅੱਛਾ, ਉਹ ਜਨਾਬ ਦਵਾਈ ਸ਼ੁਰੂ ਕਰਦਾ ਮਈਆਂ ਦੀ। ਜ਼ਿਆਦਾ ਜ਼ਿਆਦਾ ਕਿੰਨਾ ਕੁ ਪਾਉਂਦੇ ਉਹਨਾਂ ਨੂੰ ਪੱਠੇ ਇੱਕ ਦਿਨ ਦੇ? ਇੱਕ ਦਿਨ ਦੇ ਪੱਠੇ ਅਸੀਂ ਕਿਹੜੇ ਤੋਲ ਕੇ ਪਾਉਂਦੇ, ਅਸੀਂ ਪੱਠੇ ਘਰ ਦੇ ਵੱਢ ਕੇ ਪਾਉਂਦੇ ਆ ਮਈਆਂ ਨੂੰ। ਘਰ ਦੇ ਮੈਂ ਪੁੱਛਣਾ ਚਾਹ ਰਿਹਾ ਕਿੰਨੇ ਪੱਠੇ ਲਿਆਂਦੇ ਤੁਸੀਂ? ਰੇੜਾ ਜਾਂ ਟਰਾਲੀ ਕਿੰਨੇ? ਅਸੀਂ ਦੋ ਜਿਹੜੇ ਪੱਠੇ ਲੈਣੇ, ਇੱਕ ਜਿਹੜਾ ਕਮਾਦ ਦਾ, ਇੱਕ ਸਟਾਲੇ ਦਾ। ठीक है। टोटल कितने जानवर ने इस टाइम? टोटल मेरे को 40 मईयां ने। 40 मज्जा ने? हाँ। तो गायें भी होंगी? 2 गाइयां ने। ठीक है। तो कुछ बच्चे इस तो इलावा ने? कोई बच्चे ने इस तो इलावा छोटे। तो माशाल्लाह ਤੁਹਾਡੇ ਜਾਨਵਰਾਂ 'ਚ ਦੁੱਧ ਦੇਣ ਵਾਲੇ ਕਿੰਨੇ ਨੇ? 20 ਮਈयां ਦੁੱਧ ਦਿੰਦੀਆਂ ਨੇ। 20 ਦਿੰਦੀਆਂ ਨੇ? ਕੋਈ ਮਾਲ ਸੂਣ ਸਾਣ ਵਾਲਾ ਹੋਵੇ। ਠੀਕ ਹੈ। ਤੇ ਜਿਹੜੀ ਹਾਈਐਸਟ ਮੱਝ ਦੁੱਧ ਦਿੰਦੀ ਉਹ ਕਿੰਨਾ ਕੁ ਦਿੰਦੀਆਂ ਨੇ? 20 ਸਿਰ 22। ਤੁਹਾਡੀਆਂ ਆਮ ਮੱਝਾਂ 20 ਸਿਰ 22 ਦਿੰਦੀਆਂ ਨੇ? ਨਹੀਂ, ਵਿੱਚ ਮਈਆਂ ਫਿਰਦੀਆਂ ਬੜੀਆਂ ਦਿੰਦੀਆਂ ਨੇ। ਤੇ ਉਹ ਕਿਹੜੀ ਨਸਲ ਦੀਆਂ ਨੇ? ਉਹ ਘਰ ਦੀਆਂ ਸਾਡੀਆਂ ਨੇ। ਘਰ ਦੀਆਂ ਨੇ? ਹਾਂ। ਕੀ ਉਹਨਾਂ ਦੀ ਖਾਤਰ ਕਰ ਦੋ 20 ਸਿਰ 22 ਸਿਰ ਮੱਝ? ਮਈਆਂ ਨੂੰ ਵੰਡਾ ਚੰਗਾ ਪਾਈਏ, ਸੇਵਾ ਚੰਗੀ ਕਰੀਏ ਤੇ 22 ਕਰ। ਵੰਡੇ 'ਚ ਜਾਂ ਸੇਵਾ 'ਚ ਕਿਹੜੀ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਨੇ? ਉਹਨਾਂ ਨੂੰ ਤੇਲ ਛਿੱਦ ਦਈਏ, ਮਈਆਂ ਨੂੰ ਵੰਡਾ ਛੰਡਾ ਚੰਗਾ ਪਾਈਏ। ਤੇ ਤੇਲ ਕਿੰਨਾ ਦੇਣਾ ਚਾਹੀਦਾ ਔਰ ਕਿੰਨੇ ਦਿਨਾਂ ਬਾਅਦ? ਤੇਲ ਮੈਂ ਨੂੰ ਇੱਕ ਦਿਨ ਛੱਡ ਕੇ ਇੱਕ ਦਿਨ। ਅੱਧਾ ਕਿਲੋ ਦੇਸੀ ਤੇਲ? ਦੇਸੀ ਤੇਲ ਸਰੋਂ। ਤੇ ਵੰਡੇ ਦੇ ਵਿੱਚ ਦਲੀਏ ਦੇ ਨਾਲ ਹੋਰ ਕਿਹੜੀ ਸ਼ੈ? ਕੋਈ ਨਹੀਂ, ਦਲੀਆ ਪਾਉਂਦੇ ਤੇ ਪੱਠੇ ਪਾਉਂਦੇ। ਦਲੀਆ ਸਰਦੀਆਂ 'ਚ ਸੁੱਕਾ ਪਾਉਂਦੇ ਹੋ ਕਿ ਭੇਗ? ਸੁੱਕਾ। ਹਾਂਜੀ। ਤੇ ਗਰਮ ਬੜਾ ਹੁੰਦਾ, ਫਿਰ ਉਹਦੀ ਗਰਮਾਈ ਕਿਸ ਤਰ੍ਹਾਂ ਬੈਲੈਂਸ ਕਰਦੇ ਹੋ? ਮਈਆਂ ਕਮਾਦ ਖਾਣੀਆਂ ਠੀਕ ਹੋ ਜਾਣ। ਯਾਨੀ ਕਮਾਦ ਦੀ ਠੰਡ ਹਾਂਜੀ ਤੇ ਕਣਕ ਦੀ ਗਰਮਾਈ ਹਾਂਜੀ ਹਾਂਜੀ ਰਲਾ ਕੇ ਤੁਸੀਂ ਉਹਨਾਂ ਨੂੰ ਬੈਲੈਂਸ ਕਰਦੇ ਹੋ? ਬੈਲੈਂਸ ਕਰ ਲੈਂਦੇ। ਠੀਕ ਹੈ। ਤੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਕੋਈ ਕੱਟੀਆਂ ਦੀ ਸਕੀਮ ਰੱਖੀ ਹੈ ਕਿ ਕੱਟੀਆਂ ਜਿਹੜੀਆਂ ਨੂੰ ਕਿਤੇ ਹੋਰ ਦੇ ਹੜਦੇ ਹੋ? ਕੱਟੀਆਂ ਦਿਹਾੜੇ ਬੂਰੇ ਕੱਲ ਛੱਡਨੇ। ਬੂਰੇ ਕਾਲ ਛੱਡਦੇ ਹੋ? ਕਿੰਨੇ ਅਰਸੇ ਬਾਅਦ ਲੈ ਆਉਂਦੇ ਹੋ? ਉਹ ਮੈਂ 4 ਸਾਲਾਂ ਬਾਅਦ ਮੈਂ ਸੁਣਦੀ ਹੈ ਤੇ 4 ਸਾਲਾਂ ਬਾਅਦ ਅਸੀਂ ਕੱਟੀਆਂ ਲੈ ਆਉਂਦੇ ਆ ਵਾਪਸ ਅੱਧੋ ਅੱਧ ਇੱਥੇ ਉਹਨਾਂ ਨੂੰ ਆਪੀ ਕਿਉਂ ਨਹੀਂ ਰੱਖਦੇ? ਆਪੀ ਸਾਡੇ ਕੋਲ ਪੱਠੇ ਨਹੀਂ ਪੈਂਦੇ, ਐਵੇਂ ਬੰਦਾ ਪਿਆ ਕੇ ਸਾਂਭ ਹੀ ਨਹੀਂ ਹੁੰਦੀ ਜਿੰਨੀ ਉਹ ਲੋਕ ਸਾਂਭ ਕੇ। ਉੱਥੇ ਮਈਆਂ ਖੁੱਲੀਆਂ ਫਿਰਦੀਆਂ ਨੇ ਦਰਿਆ ਤੇ। ਠੀਕ ਹੈ। ਤੇ ਤਾਂ ਮਾਰੇ ਆ ਉਹ ਈਜ਼ੀ ਰਹਿ ਜਾਂਦਾ ਕੰਮ? ਈਜ਼ੀ ਕੰਮ ਰਹਿ ਜਾਂਦਾ, ਉਹਨਾਂ ਨੂੰ ਸਸਤੀਆਂ ਪੈਂਦੀਆਂ ਨੇ, ਸਾਨੂੰ ਮਹਿਸੂਸ ਨਹੀਂ ਹੁੰਦੀ। ਠੀਕ ਹੈ। ਅੱਜ ਕੱਲ ਤੁਹਾਨੂੰ ਇੱਕ ਮੱਝ ਕਦੀ ਕੋਈ ਹਿਸਾਬ ਰੱਖਿਆ ਕਿ ਇੱਕ ਮੱਝ ਕਿੰਨਾ ਖਰਚਾ ਆ ਜਾਂਦਾ? ਟੀਨ ਨਾਲ ਮੈਂ ਰੁਪਈਆ 800 ਮੈਂ ਖਾ ਛੱਡਦੀ ਹੈ ਆਰਾਮ ਨਾਲ। 800 ਰੁਪਏ ਖਰਚਾ ਮੈਂ ਆ ਜਾਂਦਾ। ਤੇ ਦੁੱਧ ਕਿੰਨਾ ਦੇ ਹੜਦੀ? 800 ਖਾ ਕੇ ਮੈਂ 12-1300 ਦੁੱਧ ਦੇ ਹੜਦੀ ਹੈ। ਉਹ ਆਪਣਾ ਖਰਚਾ ਜਿਹੜਾ ਠੀਕ ਕਰਦੀ। ਤੇ ਰੇਟ ਇੱਥੇ ਕੀ ਮਿਲਦਾ? ਰੇਟ 110 ਰੁਪਏ ਦਿੰਦੇ ਦੁੱਧ ਦਾ ਰੇਟ। ਠੀਕ ਹੈ। ਅਗਰ ਕੋਈ ਮੱਝ ਨੂੰ ਖੁਦਾਨ ਹਾਸਤਾ ਕੋਈ ਮਸਲਾ ਹੋਈਏ ਤਾਂ ਉਹਦਾ ਕੋਈ ਹੱਲ ਕਿਸ ਤਰ੍ਹਾਂ ਕਰਦੇ ਹੋ ਤੁਸੀਂ? ਦੱਸ ਰਹੇ ਲਾਚੀਆਂ ਵਗੈਰਾ ਕੀ ਕਰਦੇ? ਡਾਕਟਰ ਨੂੰ ਬੋਲਦੇ, ਡਾਕਟਰ ਵਾਸਤੇ ਟੀਕੇ ਛਿਕੇ ਲਾਉਂਦੇ ਡਾਕਟਰ। ਅੱਛਾ। ਅਗਰ ਕੋਈ ਜਾਨਵਰ ਹੀਟ 'ਚ ਨਾ ਹੁੰਦਾ ਹੈ, ਮਤਲਬ ਗਰਮ ਨਾ ਹੁੰਦਾ, ਸੂਣ ਵਾਲਾ ਨਾ ਬਣਦਾ ਹੈ, ਤਾਂ ਉਹਦੇ ਕੀ ਕਰਨਾ ਚਾਹੀਦਾ ਕਿਸੇ ਨੂੰ? ਉਹ ਡਾਕਟਰ ਕੋਲ ਟੀਕਾ ਲਵਾਈਦਾ, ਠੀਕ ਹੋ ਜਾਂਦਾ ਕੰਮ? ਠੀਕ ਹੋ ਜਾਂਦਾ ਕੰਮ। ਸਹੀ ਹੈ। ਮੱਝ ਨੂੰ ਜਾਂ ਗਾਂ ਨੂੰ ਫਾਰਾ ਹੋਈਏ ਤੇ ਫੇਰ ਕੀ ਕਰੀਦਾ? ਫਰਾ ਹੋ ਜਾਂਦਾ। ਹਾਂ, ਫਰਾ ਹੋਈਏ ਤੇ ਉਹਨੂੰ ਇਹਦਾ ਤਾਰੇ ਮੇਰਾ ਤੇਲ ਜਿਹੜਾ ਉਹਦੀਆਂ ਨਾਸਾਂ ਲਾ ਕੇ ਠੀਕ ਹੋ ਜਾਂਦਾ। ਨਾਸਾਂ ਲਾਈ ਤਾਰੇ ਮੇਰੇ ਦਾ ਤੇਲ? ਸਿਰਫ ਕਿੰਨੀ ਕੁ ਦਫਾ? 2 ਦਫਾ ਲਾਈ ਠੀਕ ਹੋ ਜਾਂਦਾ। ਨੀਚਾ ਮਾਰਦੀਆਂ? ਹਾਂ। ਠੀਕ ਹੈ। ਤੇ ਫਰਜ਼ ਕਰੋ ਕੋਈ ਮੱਝ ਜਾਂ ਜਾਨਵਰ ਖੁਦਾਨ ਹਾਸਤਾ ਪਿੱਛਾ ਕੱਢਦੀ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ? ਉਹ ਡਾਕਟਰ ਜਾਂ ਟੀਕੇ ਛਿਕੇ ਲਾ ਕੇ ਜਾਂਦਾ। ਦੇਸੀ ਕੋਈ ਨਹੀਂ ਟੋਟ ਕੇ ਹੈ? ਦੇਸੀ ਟੋਟਕਾ ਪਾਣੀ ਕਰ ਲਈ। ਚੰਗੀ ਮੱਝ ਦੀ ਕੀ ਪਛਾਣ ਹੁੰਦੀ? ਚੰਗੀ ਮੈਂ ਦੇਖੋ ਪਛਾਣ ਹੁੰਦੀ ਕਿ ਮੈਂ ਮੂੰਹ ਤੋਂ ਪਤਲਾ, ਮੈਂ ਦਾ ਮੂੰਹ ਹੁੰਦਾ। ਹਾਂ। ਪਿੱਛੋਂ ਮੈਂ ਸੌੜੀ ਖੁੱਲੀ ਹੁੰਦੀ ਹੈ। ਅੱਛਾ। ਤੇ ਅੱਗੋਂ ਮੈਂ ਪਤਲੀ ਹੁੰਦੀ ਹੈ। ਚੰਗੀ ਮੈਂ ਦੀ ਪਛਾਣ। ਠੀਕ ਹੈ। ਫਰਜ਼ ਕਰੋ ਮੈਂ ਭੋਲਾ, ਮੈਨੂੰ ਨਹੀਂ ਪਤਾ, ਤੁਸੀਂ ਜ਼ਿੰਦਗੀ ਭਰ ਦਾ ਤਜਰਬਾ ਰੱਖਦੇ ਹੋ ਇਸ ਕੰਮ ਦਾ, ਮੈਨੂੰ ਕੀ ਮਸ਼ਵਰਾ ਦਵੋਗੇ ਕਿ ਕਾਰੋਬਾਰ ਕੈਸਾ ਹੈ? ਠੀਕ ਹੈ। ਜਿਹੜੇ ਜਿਸ ਬੰਦੇ ਆਪ ਕਰ ਲੈਣਾ, ਜਿਹਨੇ ਨੌਕਰਾਂ ਸਿੱਧ ਕਰਨਾ ਉਹਨੇ ਮਰ ਜਾਣਾ। ਅੱਛਾ। ਜਿਹਨੇ ਆਪ ਕਰਨਾ ਹੈ ਉਹ ਬੰਦਾ ਨੌਕਰ ਤੁਰ ਵੀ ਜਾਣ ਤੇ ਉਹਨੂੰ ਆਪ ਕਰ ਲੈਂਦਾ ਨਾ।
यानी ਜਿਹੜਾ ਆਪ ਹੀ ਕਰ ਲੇ ਉਹਦੇ ਵਾਸਤੇ ਠੀਕ ਹੈ। ਹਾਂ ਤੇ ਜਿਹਨੇ ਨੌਕਰਾਂ ਤੇ ਰਹਿਣਾ ਉਹ ਤੇ ਫਿਰ ਥੱਕਿਆ ਹੀ ਹੁੰਦਾ। ਠੀਕ ਹੈ। ਨੌਕਰ ਦਾ ਕੀ ਹੋਣੇ ਹੋਏ ਪਏ ਕੱਪੜੇ ਪਾਏ ਚੱਲਾ ਬੇਲੀ ਤੁਰ ਗਿਆ। ਤੁਸੀਂ ਮੱਝਾਂ ਵੀ ਰੱਖਦੇ ਹੋ ਗਾਈਆਂ ਵੀ ਰੱਖਦੇ ਹੋ, ਬਹੁਤਾ ਫਾਇਦਾ ਕਿਸ ਹੁੰਦਾ? ਮਈਆਂ 'ਚ ਫਾਇਦਾ, ਗਾਈਆਂ ਦੁੱਧ ਨਹੀਂ ਵਿਕਦਾ, ਗਾਈਆਂ ਦਾ ਕੌਣ ਦੋ। ਅੱਛਾ ਮੱਝਾਂ 'ਚ ਫਾਇਦਾ ਹੈ ਕਿਉਂਕਿ ਉਹਨਾਂ ਦਾ ਦੁੱਧ ਸੇਲ ਹੋ ਜਾਂਦਾ। ਫਾਇਦਾ ਤੇ ਉਸ ਚੀਜ਼ ਦਾ ਜਿਹੜੀ ਸੇਲ ਹੋਈ ਹੈ। ਠੀਕ ਹੈ। ਫਿਰ ਵੀ ਤੁਸੀਂ ਕੁਝ ਗਾਈਆਂ ਰੱਖੀਆਂ ਨੇ, ਕੀ ਕਹੋਗੇ ਕਿੰਨੀਆਂ ਮੱਝਾਂ 'ਚ ਕਿੰਨੀਆਂ ਗਾਈਆਂ ਖਪਦੀਆਂ ਨੇ? ਗਾਈਆਂ ਕੋ 2 ਖੱਪ ਜਾਂਦੀਆਂ ਨੇ। ਕਿੰਨੀਆਂ ਮੱਝਾਂ 'ਚ? 3 ਮੀਆਂ 2 ਗਾਈਆਂ ਖੱਪ ਜਾਂਦੀਆਂ। ਇੱਕ ਗਾਈ ਕਿੰਨਾ ਕੁ ਦੁੱਧ ਦੇ ਛੱਡਦੀ ਹੈ? ਜਿਹੜੀਆਂ ਗਾਈਆਂ ਕੋ 10 ਸੇ 12 ਫਿਰ 10-12 ਸਿਰ ਦੇ ਛੱਡਦੀਆਂ। ਠੀਕ ਹੈ। ਅੱਛਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸ ਤਰ੍ਹਾਂ ਸੇਵਾ ਕੀਤੀ ਜਾਏ ਤੇ ਫਿਰ ਮੱਝ 15-20 ਕਿਲੋ ਦੁੱਧ ਦਿੰਦੀ ਹੈ? ਉਹ ਭਾਜੀ ਪੱਠੇ ਟਾਈਮ ਨਾਲ ਮਈਆਂ ਖਾਣ ਤੇ ਦੁੱਧ ਦਿੰਦੀਆਂ ਨੇ। ਦਿਨ 'ਚ ਕਿੰਨੀ ਦਫਾ ਪੱਠੇ ਪਾਈਏ? ਇੱਕੋ ਵਾਰੀ ਪੱਠੇ ਪਾਣੇ ਆ, ਕਿੰਨੀ ਵਾਰੀ ਪਾਣੇ ਨੇ ਪੱਠੇ? ਇੱਕ ਵਾਰੀ ਢੇਰ ਲਾ ਹਟਦੇ ਤੇ ਖਾਂਦੀ ਰਹਿੰਦੀ? ਖਾਂਦੀਆਂ ਰਹਿੰਦੀਆਂ, ਅੱਗੋਂ ਸ਼ਾਮ ਨੂੰ ਪਾਣੀ ਲਾ ਕੇ ਅੰਦਰ ਬੰਨ ਛੱਡੀ। ਠੀਕ ਹੈ। ਸਰਦੀ ਤੋਂ ਬਚਾਉਣ ਵਾਸਤੇ ਕੀ ਕਰਦੇ ਹੋ? ਕੋਈ ਨਹੀਂ ਪੱਠੇ ਪਾ ਕੇ ਤੇ ਅੰਦਰ ਬਣਾਣੇ ਛੱਡੇ ਵਧੀਆ ਬਣੇ ਨੇ। ਅੱਛਾ ਤੇ ਅੰਦਰ ਕਰ ਛੱਡੀ ਦੇ? ਗਰਮੀਆਂ 'ਚ ਪੱਕੇ ਤੇ ਗਰਮ ਨਹੀਂ ਹੋ ਜਾਂਦੇ? ਗਰਮੀਆਂ 'ਚ ਦਰਖਤ ਲੱਗੇ ਨੇ। ਅੱਛਾ ਗਰਮੀਆਂ ਦਰਖਤਾਂ ਥੱਲੇ? ਦਰਖਤਾਂ ਥੱਲੇ ਤੇ ਲਵਾਲ ਛੱਡਦੀਆਂ 2-3 ਵਾਰੀ। ਅਗਰ ਕੋਈ 20 ਮੱਝਾਂ ਹੋਣ ਤੇ ਕਮ ਸੇ ਕਮ ਕਿੰਨੀ ਜਗ੍ਹਾ 'ਚ ਵੇਲੀ ਹੋਣੀ ਚਾਹੀਦੀ ਹੈ ਕਿ 20 ਮੱਝਾਂ ਖੱਪ ਜਾਂਦੀਆਂ ਨੇ? ਉਹਨਾਂ ਦੇ ਹਰ ਇੱਕ ਇੰਤਜ਼ਾਮ ਸ਼ਾਮਲ ਯਾਰ ਥਾਂ ਸਾਡਾ ਥਾਂ 2 ਕਨਾਲ ਹੈ ਤੇ ਕਨਾਲ ਅੰਦਰ ਵਾਲਾ। ਅੱਛਾ ਤੇ ਮਸਾਂ ਇੱਥੇ ਡੰਗਰ ਹੀ ਪਏ ਸਾਰਾ ਦਿਨ ਪੂਰੇ ਹੁੰਦੇ ਨੇ। ਅਸ ਕੇ ਗੋਇਆ ਵੀ ਕਿਤੇ ਸੁੱਟਣਾ। ਅੱਛਾ ਗੋਏ ਵਾਸਤੇ ਵੱਖਰੀ ਜਗ੍ਹਾ ਹੋਣੀ ਚਾਹੀਦੀ ਹੈ। ਅੱਛਾ ਗੋਏ ਤੋਂ ਯਾਦ ਆਇਆ, ਤੁਸੀਂ ਗੋਏ ਦਾ ਕੀ ਇਸਤੇਮਾਲ ਕਰਦੇ ਹੋ? ਇਹ ਪੈਲੀਆਂ 'ਚ ਭਾਸ਼ਣ ਨੇ ਗੋਇਆ, ਇਹ ਪਰਾਂ ਢੇਰ ਲੱਗਾ। ਅੱਛਾ ਇਹਨੂੰ ਪੈਲੀਆਂ 'ਚ ਯੂਜ਼ ਕਰਦੇ ਹੋ ਖਾਦ ਦੀ ਜਗ੍ਹਾ ਤੇ? ਖਾਦ ਦੀ ਜਗ੍ਹਾ ਤੇ ਪੈਲੀਆਂ ਪਾ। ਠੀਕ ਹੈ। ਤੇ ਫਿਰ ਤੁਹਾਨੂੰ ਖਾਦ ਨਹੀਂ ਇਸਤੇਮਾਲ ਕਰਨੀ? ਨਹੀਂ ਖਾਦ ਫੇਰ ਵੀ ਪਾਣੀ ਪੈਂਦੀ ਯਾਰ। ਇਹ ਆਂਦੇ ਨੇ ਇਹ ਬੜੀ ਤਾਕਤ ਵਾਲੀ ਸ਼ੈ ਹੈ। ਇਹ ਵੇਖ ਗੋਇਆ ਢੇਰ ਲੱਗਾ, ਖਾਦ ਫੇਰ ਵੀ ਪਾਉਂਦੇ ਆ। ਫੇਰ ਵੀ ਪਾਣੀ ਪੈਂਦੀ? ਠੀਕ ਹੈ। ਅੱਛਾ ਸਰ ਤੁਸੀਂ ਇਹ ਦੱਸੋ ਕਿ ਅਗਰ ਕੋਈ ਮੱਝ ਸਹੀ ਹੈ, ਦੁੱਧ ਦੇਣ ਵਾਲੀ ਹੈ, ਲੇਕਿਨ ਉਹਨੂੰ ਕੋਈ ਮਸਲਾ ਹੋ ਗਿਆ, ਦੁੱਧ ਨਹੀਂ ਉਤਰਦੀ ਵੀ, ਕੀ ਕਰਨਾ ਚਾਹੀਦਾ ਕਿ ਦੁੱਧ ਆਪਣੀ ਅਸਲ ਮਿਕਦਾਰ ਦੇ ਮੁਤਾਬਕ ਦੇ ਛੱਡੇ? ਯਾਰ ਮੈਨੂੰ ਕੋਈ ਬੰਦਾ ਥੋਮ ਸ਼ੋਮ ਗੰਨੇ ਛੰਨੇ ਪਿਆ ਦੇ ਤੇ ਜ਼ੋਰ ਵਾਲੀ ਮੱਝ ਨਹੀਂ ਛੋੜਦੀ, ਉਹਦਾ ਕੀ ਹਾਲ ਹੈ? ਹਾਂ ਕੋਈ ਜਾਨਵਰ ਜ਼ੋਰ ਨਹੀਂ ਛੋੜਦੇ? ਜ਼ੋਰ ਨਹੀਂ ਛੋੜਦਾ ਤੇ ਉਹਨੂੰ ਡਿਸਪਲਿਨੀਆਂ ਪਰਤਾ ਡਿਸਪਲਿਨ ਦੇ ਦੋ ਜ਼ੋਰ ਛੋੜਦਾ ਫੌਰੀ ਤੌਰ ਤੇ ਸੌਣ ਤੋਂ ਬਾਅਦ। ਹਾਂ ਹੋਰ ਇਸ ਤੋਂ ਇਲਾਵਾ ਕੀ ਇਹਤਿਆਤ ਕਰਨੀ ਚਾਹੀਦੀ ਹੈ? ਹੋਰ ਕੋਈ ਨਹੀਂ ਹੈ, ਠੰਡ ਛੰਡ ਤੋਂ ਬਚਾਏ ਬੰਦਾ ਨਾਲ ਤੇ ਫਿਰ ਜ਼ੋਰ ਛੱਡਦੀਆਂ। ਜਿਹੜਾ ਜਾਨਵਰ ਨਵਾਂ ਪੈਦਾ ਹੁੰਦਾ ਛੋਟਾ, ਉਹਦੀ ਕੀ ਕੇਅਰ ਕਰਨੀ ਚਾਹੀਦੀ ਕਿ ਫਟਾਫਟ ਮਰੇ ਨਾ? ਦੁੱਧ ਛੱਡਨੇ ਆ ਮਈਆਂ ਦਾ, ਮਰਦਾ ਤੇ ਨਹੀਂ, ਦੁੱਧ ਛੱਡਨੇ ਆ ਮਈਆਂ ਸਾਰੇ। ਕਈ ਲੋਕਾਂ ਨੇ ਮਰ ਜਾਂਦੇ ਨੇ। ਮਰ ਜਾਂਦੇ ਸਭੇ ਤਿਆਤੀ ਨਾਲ ਮਰ ਜਾਂਦੇ ਨੇ। ਅੱਛਾ ਠੀਕ ਹੈ। ਓਵਰਆਲ ਜਿਹੜਾ ਬੰਦੇ ਕੋਲ ਆਪਣੀ ਜ਼ਮੀਨ ਨਹੀਂ, ਕਿਆ ਉਹ ਮੁੱਲ ਦੀਆਂ ਚੀਜ਼ਾਂ ਤੋਂ ਕੰਮ ਚਲਾ ਸਕਦਾ? ਯਾਰ ਨਹੀਂ ਚੱਲਦਾ। ਜੇ ਹਾਂ ਠੇਕੇ ਛੇਕੇ ਤੇ ਪੈਲੀ ਵਾਈ ਹਾਂ ਠੇਕੇ ਤੇ ਪੈਲੀ ਵਾਈ ਤੇ ਸਾਡੇ ਪੱਠੇ ਤੇ ਘਰ ਦੇ ਹੁੰਦੇ। ਅੱਛਾ ਯਾਨੀ ਠੇਕੇ ਤੇ ਪੈਲੀ ਲੈ ਕੰਮ ਚੱਲ ਸਕਦਾ? ਕੰਮ ਚੱਲ ਜਾਂਦਾ ਠੇਕੇ, ਲੇਕਿਨ ਮੁੱਲ ਦੇ ਪੱਠੇ ਲੈ ਕੇ ਕੰਮ ਔਖਾ ਹੋ ਜਾਂਦਾ, ਗੁਜ਼ਾਰਾ ਹੀ ਹੁੰਦਾ। ਯਾਨੀ ਮੁਨਾਫਾ ਨਹੀਂ ਹੁੰਦਾ ਫਿਰ? ਨਹੀਂ ਫਿਰ ਮੁਨਾਫਾ ਨਹੀਂ ਹੁੰਦਾ, ਠੇਕੇ ਛੇਕੇ ਤੇ ਪੈਲੀ ਵਾਈ ਹੋਏ। ਠੀਕ ਹੈ। ਤੁਹਾਡੇ ਐਨੇ ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਨੇ? ਅਸੀਂ ਬੰਦੇ ਆ 4 ਬੰਦੇ ਫੁੱਲ ਟਾਈਮ ਜਾਂ ਕੁਛ ਅੱਧਾ ਟਾਈਮ? ਅੱਧਾ ਟਾਈਮ ਕਿ ਫੁੱਲ ਟਾਈਮ ਦਿੰਦੇ ਆ। ਇੱਕ ਬੰਦਾ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਸੰਭਾਲ ਸਕਦਾ? 5-6। 5-6? ਅੱਛਾ ਠੀਕ। ਚਲੋ ਅਸੀਂ ਤੇ ਆਪੀ ਮਿਹਨਤ ਕਰ ਲੈਨੇ ਆ, ਆਪੀ ਘਰ ਦਾ ਬੰਦਿਆਂ ਦੇ ਆਪਣੀ ਮਿਹਨਤ ਆਪ ਕਰ ਲੈਨੇ ਆ। ਠੀਕ ਹੈ। ਯਾਨੀ ਜ਼ਾਤੀ ਕਿਹੜੀ ਮਸ਼ੀਨਰੀ ਹੋਣੀ ਚਾਹੀਦੀ ਹੈ ਕੋਈ ਬੰਦਾ ਅਗਰ ਜਾਨਵਰ ਰੱਖਣਾ ਚਾਹੁੰਦਾ ਤੇ? ਭਰਾ ਜੀ ਸਾਡੇ ਕੋਲ ਤੇ ਟੋਕਾ ਪੱਠੇ ਕੁਤਰਨਾ ਤੇ ਜਾਂ ਦਾਤ ਰੱਖੇ ਆ ਪੱਠੇ ਵੱਢਣ ਲਈ। ਅੱਛਾ ਤੇ ਇਹਦੇ ਨਾਲ ਹੀ ਕੰਮ ਚੱਲ ਜਾਂਦਾ? ਕੰਮ ਚਲਾ ਲੈਂਦੇ। ਇਸ ਤੋਂ ਇਲਾਵਾ ਕੋਈ ਹੋਰ ਐਕਸਟਰਾ ਮਸ਼ੀਨ? ਹੋਰ ਹਾਂ ਕੋਈ ਮਸ਼ੀਨਰੀ ਰੱਖੀ ਅਜੀ ਹੱਥ ਨਾਲ ਕੰਮ ਕਰਨੇ ਆ। ਦੁੱਧ ਦਾ ਰੇਟ ਦੱਸ ਰਹੇ ਨੇ 110 ਰੁਪਏ? 110 ਰੁਪਏ। ਠੀਕ ਹੈ। ਅਸੀਂ ਕਾਫੀ ਗੱਲਾਂ ਪੁੱਛੀਆਂ ਨੇ, ਕੋਈ ਐਸੀ ਗੱਲ ਜਿਹੜੀ ਅਹਿਮ ਹੈ ਲੇਕਿਨ ਪੁੱਛਣੀ ਚਾਹੀਦੀ ਸੀ, ਮੈਂ ਨਹੀਂ ਪੁੱਛੀ। ਤੁਸੀਂ ਆਪਣੀ ਤਰਫੋਂ ਤੋਹਫਾ ਤੁਹਾਨੂੰ ਦੱਸ ਦਿਓ ਜਿਹੜੀ ਸਦਕਾ ਜਾਰੀਆ ਬਣ ਜੇ, ਨਵੇਂ ਮੁੰਡਿਆਂ ਦੇ ਫਾਇਦਾ ਦੇ, ਤੁਹਾਡੇ ਤਜਰਬੇ ਤੋਂ ਕਿਸੇ ਨੂੰ ਫਾਇਦਾ ਹੋਈਏ ਵੀ ਇਸ ਚੀਜ਼ ਦਾ ਖਿਆਲ ਰੱਖਣਾ। ਮਈਆਂ ਨੂੰ ਕੋਈ ਵੰਡਾ ਛੰਡਾ ਪਾਣੇ, ਬਿਮਾਰ ਹੋਏ ਡਾਕਟਰ ਐਵੇਂ ਬੰਦਾ ਪਿਆ ਕੇ ਡਾਕਟਰ ਹੀ ਆਉਂਦਾ ਹੈ। ਅੱਛਾ ਟੀਕੇ ਛਿਕੇ ਲਾਉਂਦਾ। ਅੱਛੀ ਨਸਲ ਜਿਹੜੀ ਮੱਝ ਹੈ ਉਹ ਕਿਸ ਤਰ੍ਹਾਂ ਪਹਿਚਾਨੀ ਜਾਂਦੀ ਕਿ ਅੱਛੀ ਨਸਲ ਦੀ ਹੈ? ਯਾਰ ਅੱਛੀ ਨਸਲ ਦੀ ਲੱਭ ਜਾਂਦੀ ਹੈ, ਜਿਹੜੀ ਦੁੱਧ ਲੱਭ ਮੈਂ ਦੇ ਉਹ ਅੱਛੀ ਨਸਲ ਦੀ ਹੁੰਦੀ ਹੈ। ਕਮੀਆਂ ਦੇ ਬੱਚੇ ਨੂੰ ਵੀ ਪੜਦੇ ਨੇ, ਜੱਟਾਂ ਦੇ ਵੀ ਪੜਦੇ ਨੇ। ਹਾਂਜੀ ਜਿਹੜਾ ਕੋਈ ਬੱਚਾ ਪੜ ਜੇ ਤਾਂ ਕਿਦਾ ਅਲਾਇਕ। ਹਾਂਜੀ ਇਹ ਗੱਲ ਠੀਕ ਹੈ, ਲੇਕਿਨ ਕਹਿੰਦੇ ਨੇ ਕਿ ਮੱਝ ਕਈ ਆਂਦੇ ਨੇ ਕਿ ਇਹ ਚੀਜ਼ਾਂ ਦੇਖੋ, ਉਹਦਾ ਮੂੰਹ ਦੇਖੋ, ਚੱਡਾ ਦੇਖੋ, ਬਹਾਨਾ ਦੇਖੋ। ਵੇਖੋ ਕੁਦਰਤੀ ਗੱਲ ਹੁੰਦੀ, ਕੁਦਰਤੀ ਗੱਲ। ਹਾਂਜੀ ਵੇਖੋ ਕਿਸੇ ਦਾ ਬੱਚਾ ਪੜ ਜਾਂਦਾ ਤਾਂ ਕੁਦਰਤੀ ਗੱਲ ਹੈ। ਹਾਂਜੀ ਠੀਕ ਹੈ। ਨਾ ਤਾਂ ਪੈਸਿਆਂ ਨਾਲ ਪੜਦੇ ਨੇ, ਇਹ ਸ਼ੌਕ ਹੀ ਹੁੰਦਾ ਹੈ, ਸ਼ੌਕ ਜਾਂ ਕਿਸੇ ਦੇ ਨਸੀਬ ਹੁੰਦੇ। ਅੱਛਾ ਇਹੀ ਗੱਲ। ਤੇ ਮੱਝ ਦੀ ਕੋਈ ਪਹਿਚਾਨਾਂ ਹੁੰਦੀਆਂ ਨੇ? ਕੋਈ ਦੱਸੋ ਮੋਟੀਆਂ ਮੋਟੀ ਕਿ ਮੈਂ ਕੱਦਵਾਰ ਹੋਏ, ਬਹਾਨਾ ਚੰਗਾ ਹੋਏ, ਸੋਹਣੀ ਹੋਏ, ਉਤਨੂੰ ਲਿਆਂਦੀ ਹੋਏ। ਮਲਤਾਨ ਸਾਈਡ ਤੋਂ? ਨਹੀਂ ਨੀਲੀ ਸਾਈਡ ਤੋਂ? ਦਿੱਲੀ ਨੀਲੀ ਬਾਹਰ ਤੋਂ।
ਤੇ ਫਿਰ ਮੱਝ ਠੀਕ ਨਿਕਲਦੀ? ਚੰਗੀ। ਠੀਕ ਹੈ। ਕੀ ਮਸ਼ਵਰਾ ਦਵੋਗੇ ਆਖਰੀ ਗੱਲ ਦੇ ਤੌਰ ਤੇ ਨਾਜ਼ਰੀਨ? ਕੋਈ ਵੀ ਨਹੀਂ, ਮਸ਼ਵਰਾ ਇਹ ਹੈ ਕਿ ਚੰਗੀ ਮਈ ਹੋਏ, ਉਹ ਵੱਡਾ ਛੰਡਾ ਚੰਗਾ ਪਾਓ ਤੇ ਚੰਗੀ ਖੁਰਾਕ ਦਵੋ। ਠੀਕ ਹੈ। ਐਸ ਕੰਮ ਫਲਾਪ ਕਿਦੋਂ ਹੁੰਦਾ ਹੈ? ਜਦੋਂ ਖੰਗੜੀ ਹੋਈ ਉਦੋਂ ਭੈਣੀਆਂ ਦਾ ਬੇੜਾ ਗਰਕ ਹੋ ਜਾਂਦਾ। ਨਹੀਂ ਖੰਗੜਾ ਤੇ ਹੋਣਾ ਹੁੰਦਾ ਉਹਨੇ। ਜਦੋਂ ਖੰਗੜੀਆਂ ਹੁੰਦੀਆਂ ਉਦੋਂ ਬੇੜਾ ਗਰਕ ਹੋ ਜਾਂਦਾ। ਉਹਦਾ ਫਿਰ ਹੱਲ ਕੀ ਹੈ? ਆ ਲੈ ਵੇਖ ਉਹਨੂੰ, ਜੇ ਕੋਲ ਮਾਲ ਹੋਏ ਤੈਨੂੰ ਵੇਚ ਲਓ ਤੇ ਕੋਈ ਨਵੀਂ ਪਾ ਲਓ, ਜੇ ਸਵਾਓ ਤੇ ਉਹ ਬਿਹਤਰ। ਤੇ ਜੇ ਬੰਦਾ ਉਹ ਐਸਾ ਦਾ ਹਿਸਾਬ ਰੱਖੇ ਕਿ ਅੱਧੀਆਂ ਖੰਗੜੀਆਂ ਹੋਣ ਅੱਧੀਆਂ ਲਹਿਰੀਆਂ ਰਹਿਣ, ਉਹ ਨਹੀਂ ਠੀਕ? ਉਹ ਵੀ ਠੀਕ ਹੈ। ਉਹ ਨਹੀਂ ਨਾ ਸਕਦੀਆਂ ਸਾਰੀਆਂ ਜੀ। ਉਹ ਕਿਸ ਕਿਉਂ ਨਹੀਂ ਹੋ ਸਕਦੀਆਂ? ਫੋਰ ਐਗਜ਼ਾਮਪਲ ਝੋਟਾ ਰੱਖਿਆ ਹੋਇਆ ਆਪੀ, ਹਾਂਜੀ ਝੋਟੇ ਰੱਖੇ ਨੇ ਵਿੱਚ ਤੇ ਉਹ ਨਾਲ ਬਣਦੀਆਂ ਜਾਣ, ਜਿਹੜੀਆਂ ਖੰਗੜੀਆਂ ਹੋ ਗਈਆਂ ਨੇ ਉਹਨਾਂ ਦਾ ਖਰਚਾ ਲਹਿਰੀਆਂ ਪਈਆਂ ਹੁੰਦਾ ਹੈ ਕਿ ਮਈਆਂ ਸਾਡੀਆਂ 2 ਸਾਲ ਹੋਏ ਹਨ ਵਿੱਚ ਧਰੂ ਗਈਆਂ ਹਨ ਮਈਆਂ। ਅੱਛਾ। ਵਾਧਾ ਘਾਟਾ ਦੇ ਵਿੱਚ ਇਹਨਾਂ ਬਿਜ਼ਨਸ ਵਿੱਚ ਕੋਈ ਬੰਦਾ ਮਰ ਵੀ ਸਕਦਾ, ਜੀ ਵੀ ਸਕਦਾ। ਇਹ ਤੋਂ ਹੱਥ ਤਰੂ ਤੋਂ ਯਾਦ ਹੈ, ਤਰੂ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ? ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ? ਕੀ ਫੈਕਟਰੀ ਕੋਈ ਡਾਕਟਰਾਂ ਨੂੰ ਨਹੀਂ ਹੈ? ਕੋਈ ਤੁਹਾਨੂੰ ਵਜ੍ਹਾ ਨਹੀਂ ਪਤਾ ਚੱਲੀ ਕਿਉਂ ਤਰੂਈਆਂ ਹਨ? ਠੀਕ ਹੈ ਅੰਕਲ ਜੀ, ਬਹੁਤ ਮਿਹਰਬਾਨੀ, ਤੁਸੀਂ ਬੜੀ ਅੱਛੀ ਗੁਫ਼ਤਗੂ ਕੀਤੀ ਹੈ। अस्सलाम वालेकुम।